रोजाना लोक नाथ टीवी का स्पैशल प्रोग्राम लुकमा सच देख रहे हो तुसीं ते मैं हाँ सुखविंदर सिंह सिद्धू। प्रोग्राम दे विच गलबात करांगे कांग्रेस के अंदर चल रहे सियासी पटाकियां दी गलबात। कल तो शुरू हो चुकी एक तरीके दे नाल नवजोत सिंह सिद्धू ने चरणजीत सिंह चन्नी नूं लगातार घेरना शुरू कर दिता है। नवजोत सिंह सिद्धू अज बुरज जवाहर सिंह वाला भी पहुंचे। एक तरीके दे नाल नवीं जंग का ऐलान, जिवें असीं पहले भी प्रोग्राम दे विच दस चुके हैं कि नवजोत सिंह सिद्धू किस तरीके दे नाल उत्थे जाके चन्नी सरकार नूं घेर रहे हैं कि आखिर पिछले 45-50 दिनां दे विच इस मामलिਆਂ ते गोली कांड जां बेअदबी मामलिਆਂ ते कीता की है। असीं इस ते गलबात करांगे कि नवजोत सिंह सिद्धू दे इस कदम दे नाल ਜਿਹੜੇ ਸਿਆਸੀ ਸਮੀਕਰਨ ਚਾਹੇ ਉਹ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਹੋਵੇ, ਚਾਹੇ ਉਹ ਰੰਧਾਵਾ ਤੇ ਜਾਂ ਫਿਰ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਹੋਵੇ ਜਾਂ ਕਾਂਗਰਸ ਦੀ ਸਿਆਸਤ ਨੂੰ ਲੈ ਕੇ ਹੋਵੇ, ਕੀ ਸਮੀਕਰਨ ਇਸ ਤੋਂ ਬਾਅਦ ਬਣਨਗੇ ਜਾਂ ਕਿਸ ਤਰੀਕੇ ਦੇ ਚੇਂਜ ਹੋਣਗੇ ਸਾਰੇ ਸਮੀਕਰਨ ਨਵਜੋਤ ਸਿੰਘ ਸਿੱਧੂ ਦੇ ਇਹਨਾਂ ਚੁੱਕੇ ਜਾਣ ਵਾਲੇ ਮੁੱਦਿਆਂ ਤੋਂ ਬਾਅਦ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਲੰਬੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਡੀਜੀਪੀ ਅਤੇ ਏਜੀ ਦੇ ਮਾਮਲੇ ਤੇ ਸਰਕਾਰ ਨੂੰ ਘੇਰਦੇ ਆ ਰਹੇ ਸੀ ਤੇ ਅੱਜ ਏਜੀ ਨੇ ਚੁੱਪੀ ਤੋੜ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਦੇ ਉੱਪਰ उन्होंने निशाने साध दिते ने, की कुछ कहते ने एजी एपीएस दिओल। सारिया खबरों से विस्तारपूर्वक चर्चा करांगे कि एजी एपीएस दिओल का नवजोत सिंह सिद्धू ते इस तरीके का वार करना बनता सी या नहीं बनता सी, कि जेड़े ये वार किए गए ने किते रंधावा ते चन्नी के इशारे ते नवजोत सिंह सिद्धू के उपर वार तो नहीं किए गए। इन्हां सारिया खबरों से विस्तारपूर्वक चर्चा के लिए मेरे नाल जुड़े हुए ने राजनीति शास्त्र के उगे विद्वान डॉक्टर कुलदीप सिंह जी। सब तो पहला स्वागत करांगे सर, स्वागत है प्रोग्राम दे विच। मेहरबानी सुखविंदर सिंह जी, शुक्रिया सर। शुरुआत तुसीं दस दिओ, आपां पहलां नवजोत सिंह सिद्धू जिस तरीके दे नाल मुद्दे खड़े कर रहे हैं उस तो करिए जां फिर एजी वाली खबर तो करिए? नहीं, एजी वाली गल आपां बाद च करांगे। पहलां आपां नवजोत सिंह सिद्धू ने जिहड़े कल 2 प्रैस कॉन्फ्रेंस च अहम मुद्दे रेज कीते सी ओहदी गल करांगे। मैं तां उत्थों भी अगे जाके गल शुरू करांगा। वो ये है कि जदों 2022 ਦੀਆਂ इलैक्शन बिल्कुल नेड़े ने, किसी भी पार्टी के वड्डे लीडर की कोई भी ऐसी स्टेटमेंट नहीं होएगी जिहदा संबंध 2022 की इलैक्शन नाल ना होवे। तो तुसीं गल कीती सी कि जी ਜਿਹੜੇ ਮੁੱਦਿਆਂ ਨੇ 2017 ਦੀ ਇਲੈਕਸ਼ਨ ਨੂੰ ਪ੍ਰਭਾਵਿਤ ਕੀਤਾ ਕਿ ਉਹ ਮੁੱਦੇ 2022 ਦੀ ਇਲੈਕਸ਼ਨ ਨੂੰ ਵੀ ਪ੍ਰਭਾਵਿਤ ਕਰਨਗੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੇ 1947 ਦੇ ਮੁੱਦੇ ਸੀ ਜਿਹੜੇ ਪੰਜਾਬ ਨਾਲ ਸੰਬੰਧਿਤ ਉਹ ਖਤਮ ਨਹੀਂ ਹੋਏ, ਜਿਹੜੇ 1966 ਵਿੱਚ ਜਦੋਂ ਪੰਜਾਬ ਵੀ ਸੂਬਾ ਬਣਿਆ ਉਹਦੇ ਨਾਲ ਸੰਬੰਧਿਤ ਮਸਲੇ ਹੱਲ ਨਹੀਂ ਹੋਏ, ਉਹ ਖਤਮ ਨਹੀਂ ਹੋਏ। 84 ਦੀਆਂ ਘਟਨਾਵਾਂ ਖਤਮ ਨਹੀਂ ਹੋਈਆਂ। ਜੇ ਅਕਾਲੀ ਦਲ ਨੇ 84 ਦੀਆਂ ਘਟਨਾਵਾਂ ਅੱਜ ਤੱਕ ਨਹੀਂ ਛੱਡੀਆਂ ਜੀ ਤੇ ਛੱਡਣੀਆਂ ਬਣਦੀਆਂ ਵੀ ਨਹੀਂ। ਜੇ ਦੇਖਿਆ ਜਾਵੇ ਕੋਈ ਪੋਲੀਟੀਕਲ ਪਾਰਟੀ ਦੂਜੇ ਪੋਲੀਟੀਕਲ ਪਾਰਟੀ ਦਾ ਵੀਕ ਪੁਆਇੰਟ ਕਿਉਂ ਛੱਡੇਗੀ? फिर कांग्रेस ਜਿਹੜੀਆਂ 2015 ਦੀਆਂ ਘਟਨਾਵਾਂ ਨੇ, ਜਿਹੜੀਆਂ ਘਟਨਾਵਾਂ ਨੇ 2017 ਦੀ ਇਲੈਕਸ਼ਨ ਦਾ ਆਊਟਕਮ ਡਿਟਰਮਿਨ ਕੀਤਾ, ਯਾਨੀ ਕਿ ਬਰਗਾੜੀ ਤੇ ਬੇਅਦਬੀ ਦਾ ਮੁੱਦਾ ਤੇ ਬਾਕੀ ਜਿਹੜੀਆਂ ਘਟਨਾਵਾਂ ਉਸ ਤੋਂ ਬਾਅਦ ਉਤਪੰਨ ਹੋਈਆਂ, ਫਿਰ ਉਹ ਮੁੱਦਾ ਕਾਂਗਰਸ ਕਿਉਂ ਛੱਡੇ? ਸੋ ਮੈਂ ਨਵਜੋਤ ਸਿੰਘ ਸਿੱਧੂ ਦੀ ਕੱਲ ਦੀ ਪ੍ਰੈਸ ਕਾਨਫਰੰਸ ਦਾ ਇੱਕ ਵੱਡਾ ਮਾਇਨਾ ਇਹ ਦੇਖਦਾ ਕਿ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਜਿਹੜਾ ਪਹਿਲਾ ਉਪਰਾਲਾ ਉਹ ਕਰ ਰਹੇ ਨੇ ਉਹ ਇਹ ਆ, ਉਹ ਮੁੱਦੇ ਜਿਹੜੇ ਉਹਨਾਂ ਦੇ ਵਿਰੋਧੀਆਂ ਨੂੰ ਕਾਰਨਰ ਕਰਦੇ ਨੇ, ਯਾਨੀ ਕਿ ਬੇਅਦਬੀ ਦਾ ਮੁੱਦਾ ਤੇ ਡਰੱਗ ਨਾਲ ਸੰਬੰਧਿਤ ਮਸਲੇ, ਇਹ ਦੋ ਮਸਲੇ ਉਹ ਨੇ ਜਿਨ੍ਹਾਂ ਨੇ 2017 ਵਿੱਚ ਬਹੁਤ ਅਹਿਮ ਰੋਲ ਪਲੇ ਕੀਤਾ, ਜਿਹੜੇ ਅਜੇ ਉੱਥੇ ਦੇ ਉੱਥੇ। ਨਵਜੋਤ ਵੀ ਕੱਲ ਉਹੀ ਗੱਲ ਕਹਿ ਕੇ ਹਟਿਆ ਕਿ ਕੱਲ ਕਹਿੰਦੇ ਕਿ ਇਸੇ ਮੁੱਦਿਆਂ ਨੂੰ ਲੈ ਕੇ 2017 ਦੇ ਵਿੱਚ ਸਰਕਾਰ ਬਣੀ ਸੀ, ਯਾਨੀ ਕਿ ਇੱਕ ਮੁੱਖ ਮੰਤਰੀ ਉਦੋਂ ਢਿਆ ਸੀ ਤੇ ਇੱਕ ਬਣਿਆ ਸੀ, ਤਾਂ ਉਹਨਾਂ ਮੁੱਦਿਆਂ ਦੇ ਕਰਕੇ ਹੀ 4.5 ਸਾਲ ਜਾਂ ਪੌਣੇ 5 ਸਾਲ ਦੇ ਬਾਅਦ ਇੱਕ ਹੋਰ ਮੁੱਖ ਮੰਤਰੀ ਢਹਿ ਗਿਆ ਤੇ ਇੱਕ ਹੋਰ ਬਣ ਗਿਆ। ਤੇ ਹੁਣ ਜਿਹੜਾ ਇੱਕ ਹੋਰ ਬਣ ਗਿਆ, ਕਹਿੰਦੇ ਪਿਛਲੇ 45-50 ਦਿਨਾਂ ਤੋਂ ਤੁਸੀਂ ਦੱਸ ਦਿਓ। ਨਵਜੋਤ ਸਵਾਲ ਪੁੱਛ ਰਹੇ ਨੇ, ਪਹਿਲਾਂ ਤਾਂ ਇਹ ਗੱਲਾਂ ਸਿਰਫ ਉਹ ਕਹਿੰਦੇ ਸੀ ਕਿ ਭਾਈ ਤੁਸੀਂ ਕਰਦੇ ਹੋ ਜਾਂ ਨਹੀਂ ਕਰਦੇ, ਹੁਣ ਨਵਜੋਤ ਸਵਾਲ ਪੁੱਛ ਰਹੇ ਨੇ ਕਿ ਤੁਸੀਂ ਦੱਸੋ ਭਾਈ ਕਿਸ ਤਰੀਕੇ ਦੇ ਨਾਲ ਪਿਛਲੇ 45-50 ਦਿਨਾਂ ਦੇ ਵਿੱਚ ਜਿਹੜੀ ਗੱਲਬਾਤ ਸਾਰੀ ਹੋਈ ਹੈ, ਕਿਹੜੇ ਮਾਮਲੇ ਤੁਸੀਂ ਸੁਲਝਾਏ ਨੇ ਬੇਅਦਬੀ ਦੇ ਮਾਮਲੇ? ਸੋ ਜਦੋਂ ਮੈਂ ਇਹ ਗੱਲ ਕਹਿ ਰਿਹਾ ਨਾ, ਫਿਰ ਆਪਾਂ ਇਸ ਗੱਲ ਨੂੰ ਏਦਾਂ ਕਨਕਲੂਡ ਕਰੀਏ कि कांग्रेस के प्रधान, मैं नवजोत सिंह सिद्धू शब्द नहीं यूज कर रहा, कांग्रेस के प्रधान का यह उपराला कि वो मसले जिन्होंने मसलियां ने 2017 की इलैक्शन का
ਆਊਟਕਮ ਡਿਟਰਮਨ ਕੀਤਾ ਸੀ, ਉਹਨਾਂ ਨੂੰ ਜਿੰਦਾ ਕਿੱਦਾਂ ਰੱਖਣਾ ਹੈ, ਉਹਨਾਂ ਨੂੰ 2022 ਦੀ ਇਲੈਕਸ਼ਨ ਦੇ ਕੰਟੈਕਸ ਵਿੱਚ ਸੈਂਟਰ ਸਟੇਜ ਵਿੱਚ ਕਿੱਦਾਂ ਲੈ ਕੇ ਆਉਣਾ। ਇਹ ਜਿਹੜਾ ਉਪਰਾਲਾ ਹੈ ਕਾਂਗਰਸ ਦੇ ਪ੍ਰਧਾਨ ਦਾ, ਇਹ ਜੇ ਦੇਖਿਆ ਜਾਵੇ ਕਾਂਗਰਸ ਪਾਰਟੀ ਦੇ ਹਿੱਤ ਵਿੱਚ ਹੈ। ਇਨ ਦਾ ਸੈਂਸ ਜਿਹੜੇ ਦੋ ਮਸਲਿਆਂ ਨੇ ਅਕਾਲੀ ਦਲ ਦਾ ਸਭ ਤੋਂ ਵੱਡਾ ਨੁਕਸਾਨ 2017 ਦੀ ਇਲੈਕਸ਼ਨ ਵਿੱਚ ਕੀਤਾ, ਉਹਨਾਂ ਮੁੱਦਿਆਂ ਨੂੰ 2022 ਦੇ ਕੰਟੈਕਸਟ ਵਿੱਚ ਰੈਲੇਵੈਂਟ ਕਿੱਦਾਂ ਰੱਖਣਾ ਹੈ, ਇਹ ਵੀ ਤਾਂ ਜ਼ਰੂਰੀ ਹੈ ਨਾ। ਸੋ ਕਾਂਗਰਸ ਦੇ ਪ੍ਰਧਾਨ ਨੇ ਪਹਿਲੀ ਜਿਹੜੀ ਚੀਜ਼ ਕੀਤੀ ਹੈਗੀ ਆ ਉਹ ਇਹ ਹੈ ਕਿ ਇਹਨਾਂ ਮੁੱਦਿਆਂ ਨੂੰ ਜਿੰਦਾ ਕਿੱਦਾਂ ਰੱਖਣਾ, ਜਿੰਦਾ ਰੱਖਦੇ ਹੋਏ ਵਿਰੋਧੀਆਂ ਨੂੰ ਕਾਊਂਟਰ ਕਿੱਦਾਂ ਕਰਨਾ। ਹੁਣ ਗੱਲ ਰਹੀ ਜਿਹੜੀ ਤੁਸੀਂ ਰੇਜ਼ ਕਰਦੇ ਹੋ, ਹਾਂ ਇਹ ਸੱਚ ਹੈ, ਜਦੋਂ ਇਹ ਦੋ ਮਸਲੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਨਵਜੋਤ ਸਿੰਘ ਸਿੱਧੂ ਦੁਆਰਾ ਰੇਜ਼ ਕੀਤੇ ਜਾਂਦੇ ਨੇ, ਤਾਂ ਇਹਨਾਂ ਜਿਹੜੇ ਦੋ ਮਸਲੇ ਉਹਨਾਂ ਨੇ ਰੇਜ਼ ਕੀਤੇ ਨੇ, ਇਹਨਾਂ ਦੀਆਂ ਇੰਪਲੀਕੇਸ਼ਨਸ, ਇਹਨਾਂ ਦੀ ਵਾਈਬ੍ਰੇਸ਼ਨ ਕਾਂਗਰਸ ਦੇ ਅੰਦਰ ਵੀ ਜਾਏਗੀ। ਜਾਣੀ ਕਿ ਜਦੋਂ ਤੁਸੀਂ ਏਜੀ ਦੀ ਅਪਾਇੰਟਮੈਂਟ ਤੇ ਆਬਜੈਕਸ਼ਨ ਰੇਜ਼ ਕਰਦੇ ਹੋ, ਜਦੋਂ ਤੁਸੀਂ ਡੀਜੀਪੀ ਦੀ ਆਬਜੈਕਸ਼ਨ ਰੇਜ਼ ਕਰਦੇ ਹੋ, ਤੇ ਨਾਲ ਇਹ ਤੁਹਾਡੀ ਦਲੀਲ ਹੈ ਕਿ ਭਾਈ ਜਿਹੜੀ ਇਨਵੈਸਟੀਗੇਸ਼ਨ ਕਰਨ ਵਾਲੇ ਵਿਅਕਤੀਆਂ ਤੇ ਜੇ ਉਂਗਲੀ ਉੱਠਦੀ ਹੈ, ਫਿਰ ਜਿਹੜੀ ਉਹ ਇਨਵੈਸਟੀਗੇਸ਼ਨ ਕਰਨਗੇ ਉਹ ਫੇਅਰ ਕਿੱਦਾਂ ਹੋਏਗੀ, ਉਸ ਇਨਵੈਸਟੀਗੇਸ਼ਨ ਵਿੱਚ ਲੋਕਾਂ ਦਾ ਵਿਸ਼ਵਾਸ ਕਿੱਦਾਂ ਪੈਦਾ ਹੋਏਗਾ, ਇਹ ਉਹਨਾਂ ਦੀ ਡਾਕਟਰ ਸਾਹਿਬ ਆਪਾਂ ਆਪਣੇ ਦਰਸ਼ਕਾਂ ਨੂੰ ਇਹ ਵੀ ਗੱਲ ਦੱਸ ਦਈਏ ਕਿ ਜਿਹੜੇ ਮੁੱਦੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਭਾਈ ਚੱਕੇ ਗਏ ਸੀਗੇ, ਉਹ ਕਹਿੰਦੇ ਸੀਗੇ ਕਿ ਏਜੀ ਜਿਹੜੇ ਆ ਸਮੇਤ ਸਿੰਘ ਸੈਣੀ ਦਾ ਵਕੀਲ ਰਹਿ ਚੁੱਕਿਆ ਤੇ ਸਾਨੂੰ ਪੰਜਾਬ ਸਰਕਾਰ ਵੱਲੋਂ ਜੇ ਲੜੇਗਾ ਤਾਂ ਨੁਕਸਾਨ ਹੋਊਗਾ। ਉਹਦਾ ਨੁਕਸਾਨ ਹੋਇਆ ਵੀ ਹੈ। ਹੋਇਆ ਕਿੱਦਾਂ, ਜਦੋਂ ਥੋੜੇ ਦਿਨ ਪਹਿਲਾਂ ਕੋਰਟ ਦੇ ਵਿੱਚ ਚੱਲ ਰਹੀ ਸੀ ਬਹਿਸ, ਉਹ ਕਿਹਾ ਜਾ ਰਿਹਾ ਸੀਗਾ ਕਿ ਭਾਈ ਤੁਸੀਂ ਜਿਹੜਾ ਗੁਰਮੀਤ ਰਾਮ ਰਹੀਮ ਨੂੰ ਪੰਜਾਬ ਦੇ ਏਜੀ ਕਹਿੰਦੇ ਸੀਗੇ ਕਿ ਗੁਰਮੀਤ ਰਾਮ ਰਹੀਮ ਨੂੰ ਜਿਹੜਾ ਇੱਥੇ ਲਿਆਂਦਾ ਜਾਵੇ ਫਰੀਦਕੋਟ ਦੇ ਵਿੱਚ ਪੰਜਾਬ ਦੇ ਵਿੱਚ, ਤਾਂ ਜਿਹੜਾ ਗੁਰਮੀਤ ਰਾਮ ਰਹੀਮ ਦਾ ਵਕੀਲ ਸੀ ਉਹ ਕਹਿੰਦਾ ਕਿ ਇਦਾਂ ਨਹੀਂ ਲਿਜਾਇਆ ਜਾ ਸਕਦਾ ਕਿਉਂਕਿ ਉੱਥੇ ਲਿਜਾ ਕੇ ਪੰਜਾਬ ਪੁਲਿਸ ਇਹਨਾਂ ਤੇ ਹੋਰ ਵੀ ਕੇਸ ਜਿਹੜੇ ਉਹ ਪਾ ਸਕਦੀ ਹੈ। ਤਾਂ ਫਿਰ ਜਦੋਂ ਏਜੀ APS ਦਿਓਲ ਨੇ ਇਹ ਗੱਲ ਕਹੀ ਕਿ ਇਦਾਂ ਕਿੱਦਾਂ ਹੋ ਜੂ, ਤਾਂ ਫਿਰ ਉਹਨਾਂ ਨੇ ਕਿਹਾ ਕਿ ਉਦਾਂ ਹੀ ਹੋ ਜੂ ਜਿਵੇਂ ਤੁਸੀਂ ਜਿਹੜਾ ਹੈਗਾ ਸਮੇਤ ਸਿੰਘ ਸੈਣੀ ਦੇ ਕੇਸ ਦੇ ਵਿੱਚ ਕੀਤਾ ਸੀਗਾ। ਤੁਹਾਨੂੰ ਵੀ ਉਦੋਂ ਖਦਸ਼ਾ ਸੀਗਾ ਕਿ ਸਮੇਤ ਸਿੰਘ ਸੈਣੀ ਦੇ ਉੱਪਰ ਜਿਹੜੇ ਆ ਉਹ ਕੇਸ ਹੋਰ ਦਾਇਰ ਕੀਤੇ ਜਾ ਸਕਦੇ ਆ ਲਿਜਾ ਕੇ, ਜੇਕਰ ਰਿਮਾਂਡ ਉਹਨਾਂ ਦਾ ਮਿਲਦਾ ਜਾਂ ਪ੍ਰੋਡਕਸ਼ਨ ਵਾਰੰਟ ਤੇ ਉਹਨਾਂ ਨੂੰ ਲਿਆਂਦਾ ਜਾਂਦਾ ਤਾਂ ਉਹਨਾਂ ਤੇ ਹੋਰ ਕੇਸ ਪਾਏ ਜਾ ਸਕਦੇ ਆ। ਤਾਂ ਉਸੇ ਤਰੀਕੇ ਨਾਲ ਹੁਣ ਸਮੇਤ ਸਿੰਘ ਸੈਣੀ ਤੋਂ ਬਾਅਦ ਗੁਰਮੀਤ ਰਾਮ ਰਹੀਮ ਤੇ ਵੀ ਕੇਸ ਪਾਏ ਜਾ ਸਕਦੇ ਆ। ਤਾਂ ਉਹਦਾ ਨੁਕਸਾਨ ਵੀ ਹੋਇਆ। ਬਾਕੀ ਨਵਜੋਤ ਸਿੰਘ ਸਿੱਧੂ ਜਿਹੜੀਆਂ ਗੱਲਾਂ ਕਹਿ ਰਹੇ ਨੇ ਉਹ ਸਹੀ ਸਾਬਤ ਹੋਈਆਂ। ਜਿਹੜੀ ਗੱਲ ਤੁਸੀਂ ਰੇਜ਼ ਕਰ ਰਹੇ ਹੋ ਨਾ, ਉਹ ਉਸੇ ਪੁਆਇੰਟ ਨੂੰ ਸਟਰੈਂਥਨ ਕਰਦੀ ਆ ਜਿਹੜੇ ਪੁਆਇੰਟ ਵਾਲੇ ਪਾਸੇ ਮੈਂ ਜਾ ਰਿਹਾ ਸੀ। ਜਾਣੀ ਕਿ ਜਿਹੜਾ ਇਤਰਾਜ਼ ਏਜੀ ਦੀ ਆਪਣਾ ਅਪਾਇੰਟਮੈਂਟ ਤੇ ਲਾਇਆ ਗਿਆ ਉਹ ਇਹੀ ਸੀ ਨਾ ਕਿ ਏਜੀ ਜਿਹੜੇ ਆ ਉਹ ਪਹਿਲੇ ਡੀਜੀਪੀ ਦੇ ਆਪਣਾ ਵਕੀਲ ਰਹੇ, ਤੇ ਪਹਿਲੇ ਡੀਜੀਪੀ ਉਹ ਨੇ ਜਿਨ੍ਹਾਂ ਦੇ ਵੇਲੇ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਤੇ ਪਹਿਲੇ ਜਿਹੜੇ ਡੀਜੀਪੀ ਨੇ ਉਹ ਨੇ ਜਿਨ੍ਹਾਂ ਨੇ ਹੁਣ ਵੇਲੇ ਦੇ ਡੀਜੀਪੀ ਨੂੰ ਉਸ ਵੇਲੇ ਸਿੱਟ ਦਾ ਮੁਖੀ ਬਣਾਇਆ, ਜਿਸ ਸਿੱਟ ਦੇ ਮੁਖੀ ਨੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ। ਸੋ ਜਿਹੜੇ ਇਹੀ ਤਾਂ ਦਲੀਲ ਰਹੀ ਹੈ ਨਵਜੋਤ ਸਿੰਘ ਸਿੱਧੂ ਵਰਗੇ ਲੋਕਾਂ ਦੀ ਕਿ ਇਸ ਏਜੀ ਦੇ ਇਹਨਾਂ ਲੋਕਾਂ ਦੇ ਵਕੀਲ ਹੋਣ ਕਰਕੇ ਸਾਡੀਆਂ ਜਿਹੜੀਆਂ ਕੰਸਟ੍ਰੇਂਟਸ ਪੈਦਾ ਹੁੰਦੀਆਂ ਨੇ, ਉਹ ਕੰਸਟ੍ਰੇਂਟਸ ਜਦੋਂ ਅਸੀਂ ਨਵੇਂ ਸਿਰਿਓਂ ਇਹਨਾਂ ਕੇਸਾਂ ਨੂੰ ਪਰਸਿਊ ਕਰ ਰਹੇ ਹਾਂ ਉਹਦੇ ਤੇ ਸੱਟ ਮਾਰੇਗਾ, ਉਹਦੇ 'ਚ ਬੰਦਿਸ਼ਾਂ ਪੈਦਾ ਕਰੇਗਾ। ਠੀਕ ਹੈ ਨਾ ਜੀ। ਸੋ ਇਸ ਗੱਲ ਦਾ ਜਵਾਬ ਏਜੀ ਨੇ ਨਹੀਂ ਦਿੱਤਾ। ਏਜੀ ਨੇ ਕੀ ਕੀਤਾ? ਏਜੀ ਨੇ ਅੱਜ ਇੱਕ ਚਿੱਠੀ ਕੱਢਤੀ, ਨੋਟ ਤੁਰਿਆ ਫਿਰਦਾ ਕਿ ਜੀ ਏਜੀ ਦੇ ਆਫਿਸ ਦੀ ਵਰਕਿੰਗ ਵਿੱਚ ਰੁਕਾਵਟਾਂ ਪਾਈਆਂ ਜਾ ਰਹੀਆਂ ਨੇ। ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਜਿਹੜੀ ਚੀਜ਼ ਬਾਰੇ ਸਰ ਗੱਲ ਕਰ ਰਹੇ ਨੇ, ਉਸ ਪੱਤਰ ਦੇ ਬਾਰੇ, ਉਸ ਲੈਟਰ ਦੇ ਬਾਰੇ, ਉਹ ਲੈਟਰ ਜਿਹੜਾ ਸਾਡੇ ਦਰਸ਼ਕਾਂ ਨੂੰ ਦਿਖਾਇਆ ਜਾਵੇ ਜਿਹਦੇ ਵਿੱਚ ਜਿਹੜੇ ਏਜੀ APS ਦਿਓਲ ਦੇ ਵੱਲੋਂ ਕੁਝ ਗੱਲਾਂ ਕਹੀਆਂ ਗਈਆਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ। ਜੀ ਡਾਕਟਰ ਸਾਹਿਬ ਦੇਖੋ ਨਾ, ਜੇ ਏਜੀ ਨੇ ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸ 'ਚ ਰੇਜ਼ ਕੀਤੇ ਹੋਏ ਪੁਆਇੰਟਸ ਨੂੰ ਰਿਸਪੌਂਡ ਕਰਨਾ ਸੀ, ਤੇ ਫਿਰ ਪਹਿਲਾ ਪੁਆਇੰਟ ਉਹਨਾਂ ਦਾ ਜਿਹਦਾ ਜਵਾਬ ਦੇਣਾ ਬਣਦਾ ਉਹ ਇਹ ਸੀ ਕਿ ਕਿਵੇਂ ਉਹਨਾਂ ਦਾ ਸਮੇਤ ਸਿੰਘ ਸੈਣੀ ਦੇ ਵਕੀਲ ਹੋਣਾ ਇਸ ਕੇਸ ਦੀ ਪੈਰਵੀ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ ਜੀ। ਜਿਹੜਾ ਖਦਸ਼ਾ ਨਵਜੋਤ ਸਿੰਘ ਸਿੱਧੂ ਨੇ ਰੇਜ਼ ਕੀਤਾ ਸੀ, ਇਹ ਤਾਂ ਸਾਨੂੰ ਨਹੀਂ ਆਪਣਾ ਦਿਓਲ ਸਾਹਿਬ ਨੇ ਦੱਸਿਆ ਕਿ ਮੇਰਾ ਸਮੇਤ ਸਿੰਘ ਸੈਣੀ ਦਾ ਵਕੀਲ ਹੋਣਾ ਇਸ ਕੇਸ ਵਿੱਚ ਕੋਈ ਰੁਕਾਵਟ ਨਹੀਂ ਹੈਗੀ। ਸਾਡੇ ਵਕਾਲਤ ਦੇ ਮਹਿਕਮੇ ਵਿੱਚ ਇਹ ਗੱਲਾਂ ਆਮ ਹੁੰਦੀਆਂ ਨੇ,
ਅਸੀਂ ਇਸ ਤਰ੍ਹਾਂ ਕਰਦੇ ਜਾਂ ਸਾਨੂੰ ਦੱਸ ਦੇ, ਜਿਹਦੇ ਨਾਲ ਸਾਡੇ ਖਦਸ਼ੇ ਦੂਰ ਹੁੰਦੇ। ਉਹ ਦੱਸਣ ਦੀ ਬਜਾਏ ਏਜੀ ਕੀ ਕਹਿ ਰਹੇ ਨੇ ਕਿ ਜੀ ਇਹ ਸਾਡੇ ਆਫਿਸ ਦੀ ਵਰਕਿੰਗ ਵਿੱਚ ਇੰਟਰਫੀਅਰੈਂਸ ਹੈ। ਉਦੋਂ ਜਿਹੜੀ ਅਗਲੀ ਗੱਲ ਹੈ ਉਦੋਂ ਵੀ ਪੋਲੀਟੀਕਲੀ ਮੋਟੀਵੇਟਡ ਲੱਗਦੀ ਹੈ ਕਿ ਜੀ ਕਾਂਗਰਸ ਦੇ ਅੰਦਰ ਦੀ ਰਾਜਨੀਤੀ, ਯਾਨੀ ਕਿ ਇਹ ਰਾਜਨੀਤੀ ਤੋਂ ਪ੍ਰੇਰਿਤ ਵੈਸਟਡ ਇੰਟਰਸਟ। ਹੁਣ ਕਮਾਲ ਦੀ ਚੀਜ਼ ਇਹ ਹੈ ਕਿ ਜਿਹੜੇ ਪੁਆਇੰਟਸ ਰੇਜ਼ ਕੀਤੇ ਨੇ ਉਹ ਕਾਂਗਰਸ ਦੇ ਪ੍ਰਧਾਨ ਨੇ ਰੇਜ਼ ਕੀਤੇ ਨੇ। ਨਵਜੋਤ ਸਿੰਘ ਸਿੱਧੂ ਨੇ ਕੋਈ ਇੰਡੀਵਿਜੂਅਲ ਕੈਪੈਸਿਟੀ ਵਿੱਚ ਗੱਲਾਂ ਨਹੀਂ ਰੇਜ਼ ਕੀਤੀਆਂ। ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਧਾਨ ਹੋਣ ਦੀ ਹਸੀਅਤ ਵਿੱਚ ਉਹ ਗੱਲਾਂ ਰੇਜ਼ ਕੀਤੀਆਂ ਨੇ। ਹੁਣ ਕਮਾਲ ਦੀ ਚੀਜ਼ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ ਤੇ ਪੰਜਾਬ ਦਾ ਏਜੀ ਜਿਹੜੀ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਹੈ ਉਹਦੇ ਦੁਆਰਾ ਰੇਜ਼ ਕੀਤੇ ਹੋਏ ਪੁਆਇੰਟਸ ਨੂੰ ਪੋਲੀਟੀਕਲ ਅੰਡਰਟੋਨ ਦੇ ਰਿਹਾ ਹੈ ਜੀ। ਪੋਲੀਟੀਕਲ ਅੰਡਰਟੋਨ ਦਿੰਦੇ ਹੋਏ ਜਿਹੜੇ ਕਾਨੂੰਨੀ ਪੁਆਇੰਟਸ ਨੇ ਉਹਦਾ ਜਵਾਬ ਨਹੀਂ ਦੇ ਰਿਹਾ ਹੈ ਜੀ। ਸੋ ਇਸ ਕਰਕੇ ਇਹ ਬੜੀ ਪੋਲੀਟੀਕਲੀ ਮੋਟਿਵਡ ਜੀ ਗੱਲ ਲੱਗਦੀ ਹੈ ਔਰ ਇਹ ਕੋਈ ਕਾਂਗਰਸ ਲਈ ਮਤਲਬ ਚੰਗੀ ਗੱਲ ਵੀ ਰਿਫਲੈਕਟ ਨਹੀਂ ਕਰਦੀ ਕਿ ਸਰਕਾਰ ਦੁਆਰਾ ਅਪਾਇੰਟ ਕੀਤਾ ਹੋਇਆ ਏਜੀ ਇੱਕ ਐਸੀ ਗੱਲ ਕਰੇ ਜਿਹੜੀ ਪਾਰਟੀ ਪ੍ਰਧਾਨ ਦੀ ਨੂੰ ਇੰਬੈਰਸ ਕਰਦੀ ਹੋਵੇ। ਪਾਰਟੀ ਪ੍ਰਧਾਨ ਦੁਆਰਾ ਰੇਜ਼ ਕੀਤੇ ਪੁਆਇੰਟ ਦਾ ਜਵਾਬ ਦਿੱਤੇ ਬਿਨਾ ਉਹਨੂੰ ਪੋਲੀਟੀਕਲੀ ਕਾਊਂਟਰ ਕਰਨ ਦੀ ਕੋਸ਼ਿਸ਼ ਕਰਨਾ। ਸੋ ਏਜੀ ਦਾ ਕੰਮ ਰੂਲਿੰਗ ਪਾਰਟੀ ਦੀ ਪੋਲਿਟਿਕਸ ਵਿੱਚ ਰਿਫਲੈਕਟ ਕਰਨਾ, ਉਹਦੇ ਤੇ ਕਮੈਂਟ ਕਰਨਾ ਨਹੀਂ ਹੁੰਦਾ। ਏਜੀ ਦਾ ਕੰਮ ਤਾਂ ਕਾਨੂੰਨੀ ਮੁਕਤਿਆਂ ਦੀ ਗੱਲ ਕਰਨੀ ਹੁੰਦੀ ਹੈ। ਸੋ ਕਾਨੂੰਨੀ ਪਚੀਦਗੀ ਛੱਡ ਕੇ, ਕਾਨੂੰਨੀ ਨੁਕਤਾ ਛੱਡ ਕੇ ਜਿਹੜਾ ਰਾਜਨੀਤੀ ਤੋਂ ਪ੍ਰੇਰਿਤ ਸਟੇਟਮੈਂਟ ਏਜੀ ਦਿਓਲ ਦੀ ਆਈ ਹੈ ਉਹ ਮੈਨੂੰ ਬੜੀ ਮਤਲਬ ਆਊਟ ਆਫ ਕੰਟੈਕਸਟ ਲੱਗਦੀ ਹੈ। ਡਾਕਟਰ ਸਾਹਿਬ ਇੱਥੇ ਖਰਚਾ ਇਹ ਵੀ ਹੈ ਕਿ ਪਹਿਲਾਂ ਜਿਹੜਾ ਅਤੁਲ ਨੰਦਾ ਦੇ ਉੱਪਰ ਵੀ ਬਹੁਤ ਸਾਰੇ ਸਵਾਲ ਉੱਠਦੇ ਰਹੇ, ਚਾਹੇ ਉਹ ਸੁਨੀਲ ਜਾਖੜ ਚੱਕਦੇ ਰਹੇ, ਚਾਹੇ ਕੁਝ ਮੰਤਰੀ ਚੱਕਦੇ ਰਹੇ, ਚਾਹੇ ਨਵਜੋਤ ਸਿੰਘ ਸਿੱਧੂ ਚੱਕਦੇ ਰਹੇ, ਚਾਹੇ ਉਹ ਕੋਈ ਵੀ ਸੀਗਾ, ਅਤੁਲ ਨੰਦੇ ਤੇ ਬੜੇ ਸਵਾਲ ਆਉਂਦੇ ਰਹੇ ਆ। ਤਾਂ ਬੇਸ਼ੱਕ ਨਵਜੋਤ ਸਿੰਘ ਸਿੱਧੂ ਦੇ ਸਵਾਲ ਚੱਕਣ ਤੋਂ ਬਾਅਦ, ਸੁਨੀਲ ਜਾਖੜ ਦੇ ਸਵਾਲ ਚੱਕਣ ਤੋਂ ਬਾਅਦ ਜਾਂ ਹੋਰ ਲੀਡਰਾਂ ਦੇ ਅਤੁਲ ਨੰਦਾ ਦੇ ਮਾਮਲੇ ਦੇ ਵਿੱਚ ਸਵਾਲ ਚੱਕਣ ਤੋਂ ਬਾਅਦ ਜਿਹੜਾ ਹੈਗਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਡਿਫੈਂਡ ਜ਼ਰੂਰ ਕਰਦੇ ਰਹੇ ਹੋਣਗੇ, ਪਰ ਅਤੁਲ ਨੰਦਾ ਨੇ ਕਦੇ ਵੀ ਕਿਸੇ ਗੱਲ ਦਾ ਕਿਸੇ ਨੂੰ ਜਵਾਬ ਨਹੀਂ ਦਿੱਤਾ। ਪਰ ਜੇਕਰ ਏਪੀਐਸ ਦਿਓਲ ਨੇ ਇਸ ਤਰੀਕੇ ਦੇ ਇਲਜ਼ਾਮ ਉਸੇ ਪਾਰਟੀ ਦੇ ਪ੍ਰਧਾਨ ਦੇ ਉੱਪਰ ਲਾਏ ਨੇ ਜਿਹੜੀ ਸਰਕਾਰ ਦੇ ਉਹ ਜਿਹੜੇ ਏਜੀ ਲੱਗੇ ਹੋਏ ਨੇ, ਤਾਂ ਫਿਰ ਲੱਗਦਾ ਹੈ ਕਿ ਇਸ਼ਾਰੇ ਤੇ ਇਹ ਚੀਜ਼ ਕੀਤੀ ਗਈ ਹੋਣੀ ਏਜੀ ਦੇ ਵੱਲੋਂ, ਜਾਂ ਰੰਧਾਵਾ ਦੇ ਇਸ਼ਾਰੇ ਤੇ ਜਾਂ ਫਿਰ ਮੁੱਖ ਮੰਤਰੀ ਦੇ ਇਸ਼ਾਰੇ ਤੇ। ਦੇਖੋ ਸੁਖਵਿੰਦਰ, ਇਹ ਤਾਂ ਗੱਲ ਦੂਜੇ ਪਾਸੇ ਵੀ ਸੱਚ ਹੈ। ਜਦੋਂ ਨਵਜੋਤ ਸਿੰਘ ਸਿੱਧੂ ਪ੍ਰੈਸ ਕਾਨਫਰੰਸ ਵਿੱਚ ਏਜੀ ਤੇ ਡੀਜੀ ਦੀ ਅਪਾਇੰਟਮੈਂਟ ਤੇ ਆਪਣੇ ਪੁਆਇੰਟਸ ਰੇਜ਼ ਕਰਦੇ ਨੇ, ਆਪਣੀਆਂ ਰਿਜ਼ਰਵੇਸ਼ਨ ਸ਼ੋ ਕਰਦੇ ਨੇ, ਇਹ ਤਾਂ ਸੱਚ ਆ ਨਾ ਕਿ ਏਜੀ ਡੀਜੀਪੀ ਪੰਜਾਬ ਦੀ ਸਰਕਾਰ ਨੇ ਲਾਏ ਨੇ। ਇਹਨਾਂ ਅਪਾਇੰਟਮੈਂਟਸ ਵਿੱਚ ਸੂਬੇ ਦੇ ਜਿਹੜਾ ਹੋਮ ਮਿਨਿਸਟਰ ਦਾ ਅਹਿਮ ਰੋਲ ਹੁੰਦਾ ਤੇ ਮੁੱਖ ਮੰਤਰੀ ਦਾ ਰੋਲ ਵੀ ਅਹਿਮ ਹੁੰਦਾ। ਸੋ ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਉਹ ਦੋ ਅਪਾਇੰਟਮੈਂਟਸ, ਜਿਨ੍ਹਾਂ ਅਪਾਇੰਟਮੈਂਟਸ ਸੂਬੇ ਦੇ ਹੋਮ ਮਿਨਿਸਟਰ ਤੇ ਸੂਬੇ ਦੇ ਮੁੱਖ ਮੰਤਰੀ ਦੀ ਡਿਸਕ੍ਰਿਸ਼ਨ ਵਾਲੀ ਗੱਲ ਹੁੰਦੀ ਹੈ, ਤੇ ਉਹਦੇ ਤੇ ਤੁਸੀਂ ਕਮੈਂਟ ਕਰ ਰਹੇ ਹੋ। ਚਾਹੇ ਨਵਜੋਤ ਸਿੰਘ ਸਿੱਧੂ ਨੇ ਕੱਲ ਦੀ ਪ੍ਰੈਸ ਕਾਨਫਰੰਸ ਵਿੱਚ ਚਰਨਜੀਤ ਸਿੰਘ ਚੰਨੀ ਦੀ ਤਾਰੀਫ ਕੀਤੀ, ਹਾਂਜੀ, ਤਾਰੀਫ ਹੋਰ ਮੁੱਦਿਆਂ ਨੂੰ ਲੈ ਕੇ ਕੀਤੀ, ਪਰ ਜਿਹੜੇ ਦੋ ਇਹ ਅਹਿਮ ਮੁੱਦੇ ਰੇਜ਼ ਕੀਤੇ, ਜਦੋਂ ਤੁਸੀਂ ਇਹ ਦੋ ਵੱਡੀਆਂ ਅਪਾਇੰਟਮੈਂਟ ਦਾ ਜ਼ਿਕਰ ਕਰਦੇ ਹੋ, ਜਿਹੜੀਆਂ ਅਪਾਇੰਟਮੈਂਟਸ ਦਾ ਬੇਅਦਬੀ ਦੇ ਮੁੱਦੇ ਨਾਲ ਤੇ ਜਿਹਦਾ ਸੰਬੰਧ ਸਿੱਧੇ ਤੌਰ ਤੇ ਸੰਬੰਧ ਹੈ ਹਾਂਜੀ, ਤਾਂ ਫਿਰ ਉਹ ਆਟੋਮੈਟਿਕਲੀ ਇਟ ਇਜ਼ ਅ ਕਮੈਂਟ ਔਨ ਦਾ ਵਰਕਿੰਗ ਆਫ ਬੋਥ ਹੋਮ ਮਿਨਿਸਟਰ ਐਂਡ ਚੀਫ ਮਿਨਿਸਟਰ ਜੀ। ਇਹ ਵੀ ਸੱਚ ਹੈ। ਤਾਂ ਕਿਵੇਂ ਲੱਗਦਾ ਕਿ ਹੁਣ ਇਹ ਕਿਹੜੇ ਪਾਸੇ ਨੂੰ ਜਾਊਗੀ ਪਾਰਟੀ? ਇੱਕ ਪਾਸੇ ਮਜ਼ਬੂਤੀ ਦੀਆਂ ਗੱਲਾਂ ਕਰਦੀ ਹੈ, ਇੱਕ ਪਾਸੇ ਪ੍ਰਧਾਨ ਉਹਨਾਂ ਮੁੱਦਿਆਂ ਨੂੰ ਲੈ ਕੇ ਚੱਲੇ ਹੋਏ ਨੇ ਜਿਨ੍ਹਾਂ ਨੂੰ ਹੱਲ ਕਰਨ ਦੀ ਜ਼ਰੂਰਤ ਹੈ, ਦੂਜੇ ਪਾਸੇ ਸਰਕਾਰ ਜਿਹੜੀ ਹੈ ਇੱਦਾਂ ਲੱਗ ਰਿਹਾ ਕਿ ਸਿਰਫ ਐਲਾਨਾਂ ਲਈ ਬਣੀ ਹੈ, ਜਾਂ ਫਿਰ ਜਿਹੜੇ ਇੱਦਾਂ ਨਹੀਂ ਲੱਗ ਰਿਹਾ ਡਾਕਟਰ ਸਾਹਿਬ ਤੁਹਾਨੂੰ ਵੀ ਕਿ ਸਰਕਾਰ ਜਿਹੜੀ ਗੱਲਾਂ, ਜਿਹੜੇ ਮੰਤਰੀ ਸੀਗੇ ਸੁਖਜਿੰਦਰ ਰੰਧਾਵਾ ਹੋਣ, ਤ੍ਰਿਪਤਰਿੰਦਰ ਸਿੰਘ ਬਾਜਵਾ ਹੋਣ, ਸੁਖ ਸਰਕਾਰੀਆ ਹੋਣ, ਜਾਂ ਫਿਰ ਚਰਨਜੀਤ ਸਿੰਘ ਚੰਨੀ ਹੋਣ, ਜਿਹੜੇ ਮੁੱਖ ਮੰਤਰੀ ਕੈਪਟਨ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੇ ਆਖਰੀ ਦਿਨਾਂ ਦੇ ਵਿੱਚ ਗੱਲਾਂ ਕਰਦੇ ਸੀ ਕਿ ਆਹ ਨਹੀਂ ਹੋਇਆ, ਉਹ ਨਹੀਂ ਹੋਇਆ, 18 ਨੂੰ 31 ਝੰਡਿਆਂ ਦਾ, ਇਹ ਚੀਜ਼ ਨਹੀਂ ਹੋਈ, ਉਹ ਚੀਜ਼ ਨਹੀਂ ਹੋਈ, ਕਿ ਉਹ ਗੱਲਾਂ ਛੱਡ ਚੁੱਕੇ ਨੇ। ਕਿਵੇਂ ਲੱਗਦਾ ਕਿ ਹੁਣ ਸਮੀਕਰਨ ਕੀ ਬਣ ਗਏ? ਨਵਜੋਤ ਸਿੰਘ ਸਿੱਧੂ ਉਹਨਾਂ ਮੁੱਦਿਆਂ ਨੂੰ ਲੈ ਕੇ ਚੱਲ ਰਹੇ ਨੇ, ਵਾਰ-ਵਾਰ ਉਹ ਕਹਿ ਰਹੇ ਨੇ ਕਿ ਮੈਂ ਮੁੱਦਿਆਂ ਤੇ ਘਸੀਟ ਕੇ ਲੈ ਕੇ ਆਊਂਗਾ, ਤੇ ਜਿਹੜੀ ਸਰਕਾਰ ਆ ਇੱਦਾਂ ਲੱਗ ਰਿਹਾ ਵੀ ਜਿੱਦਾਂ ਮੁੱਦਿਆਂ ਨੂੰ ਭੁੱਲ ਗਈ ਹੁੰਦੀ ਆ। ਤਾਂ ਫਿਰ ਇਹ ਸਭ ਦੇ ਵਿਚਕਾਰ ਜੋ ਕਲੈਸ਼ ਹੋ ਰਿਹਾ ਸਰਕਾਰ ਅਤੇ ਪਾਰਟੀ ਦੇ ਵਿਚਕਾਰ, ਤਾਂ ਉਹ ਸਮੀਕਰਨ ਕੀ ਬਣਦੇ ਆ ਇਹਨਾਂ ਲੋਕਾਂ ਦੇ, ਚਾਹੇ ਉਹ ਪ੍ਰਧਾਨ ਦੇ
ਚਾਹੇ ਮੰਤਰੀਆਂ ਤੇ ਮੁੱਖ ਮੰਤਰੀ ਦੇ ਇੰਡੀਵਿਜੂਅਲ ਵੀ ਤੇ ਪਾਰਟੀ ਨੂੰ ਲੈ ਕੇ ਵੀ 2022 ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ, ਉਹ ਤੋਂ ਪਹਿਲਾਂ ਸਿਆਸਤ ਕਿਸ ਪਾਸੇ ਨੂੰ ਕਰਵਟ ਲੈ ਰਹੀ ਹੈ? ਇਹ ਸੱਚ ਹੈ ਸੁਖਵਿੰਦਰ ਕਿ ਜਿਸ ਕਿਸਮ ਦੀ ਇਕਸੁਰਤਾ ਬਾਕੀ ਪਾਰਟੀਆਂ ਦੀ ਵਰਕਿੰਗ ਵਿੱਚ ਨਜ਼ਰ ਆਉਂਦੀ ਹੈ, ਉਹ ਅਕਾਲੀ ਦਲ ਹੋਵੇ, ਆਮ ਆਦਮੀ ਪਾਰਟੀ ਹੋਵੇ, ਬੀਜੇਪੀ ਹੋਵੇ, ਉਸ ਕਿਸਮ ਦੀ ਇਕਸੁਰਤਾ ਕਾਂਗਰਸ ਦੀ ਵਰਕਿੰਗ ਵਿੱਚ ਨਜ਼ਰ ਨਹੀਂ ਆ ਰਹੀ। ਸੋ ਜੇ ਫਾਰ ਐਗਜ਼ਾਮਪਲ ਕਾਂਗਰਸ ਦੇ ਅੰਦਰ ਅਲੱਗ-ਅਲੱਗ ਲੋਕ ਅਲੱਗ-ਅਲੱਗ ਬੋਲੀ ਬੋਲਣ, ਇਹ ਗੱਲਾਂ 2022 ਦੀ ਇਲੈਕਸ਼ਨ ਵਿੱਚ ਰਿਫਲੈਕਟ ਹੋਣਗੀਆਂ, ਇਹ ਕੋਈ ਚੰਗਾ ਸੰਕੇਤ ਨਹੀਂ ਹੈਗਾ ਕਾਂਗਰਸ ਦੀ ਰਾਜਨੀਤੀ ਲਈ। ਇਹ ਸੱਚ ਹੈ। ਦੂਜੀ ਗੱਲ ਇਹ ਵੀ ਸੱਚ ਹੈ ਕਿ ਪੰਜਾਬ ਦੀ ਸਰਕਾਰ ਨੇ ਕੁਝ ਲੋਕਾਂ ਦੀਆਂ ਸਮੱਸਿਆਵਾਂ ਨੂੰ ਅਟੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਦੇ ਤੋਂ ਅੱਗੇ ਅਟੈਂਡ ਕਰਨ ਦੀ, ਹੱਲ ਕਰਨ ਦੀ ਸਮਰੱਥਾ ਪੰਜਾਬ ਦੀ ਸਰਕਾਰ ਕੋਲ ਨਜ਼ਰ ਨਹੀਂ ਆਉਂਦੀ। ਇਸੇ ਕਰਕੇ ਤਾਂ ਨਵਜੋਤ ਸਿੰਘ ਸਿੱਧੂ ਨੇ ਕੁਝ ਦਿਨ ਪਹਿਲਾਂ ਗੱਲ ਰੇਜ਼ ਕੀਤੀ ਸੀ ਨਾ ਕਿ ਸਾਨੂੰ ਤੋਹਫੇ ਨਹੀਂ ਚਾਹੀਦੇ, ਸਾਨੂੰ ਤਾਂ ਰੋਡ ਮੈਪ ਚਾਹੀਦਾ। ਕਿਉਂਕਿ ਲੌਂਗ ਰਨ ਵਿੱਚ ਜੇ ਇਹਨਾਂ ਸਮੱਸਿਆਵਾਂ ਦਾ ਪੰਜਾਬ ਨੇ ਹੱਲ ਲੱਭਣਾ, ਉਹਦੇ ਲਈ ਵਾਕਿਆ ਹੀ ਰੋਡ ਮੈਪ ਚਾਹੀਦਾ। ਸੋ ਸਰਕਾਰ ਨੂੰ ਲੱਗਦਾ ਇਹ ਹੈ ਕਿ ਸਾਡੇ ਕੋਲ ਸਮਾਂ ਥੋੜਾ, ਉਹਦੇ 'ਚ ਰੋਡ ਮੈਪ ਬਣ ਨਹੀਂ ਸਕਦਾ। ਇਸ ਕਰਕੇ ਜਿਸ ਵਰਗ ਨੂੰ ਥੋੜੇ ਜਿਹੇ ਸਮੇਂ 'ਚ ਜਿਸ ਤਰੀਕੇ ਨਾਲ ਵੀ ਖੁਸ਼ ਕੀਤਾ ਜਾ ਸਕਦਾ, ਸਰਕਾਰ ਉਧਰ ਤੁਰ ਪਈ। ਤੇ 18 ਨੂੰ ਕਾਪੀ ਪ੍ਰੋਗਰਾਮ, 13 ਨੂੰ ਕਾਪੀ ਪ੍ਰੋਗਰਾਮ, ਜਿਹਦੇ ਵਿੱਚ ਇਹ ਦੋ ਅਹਿਮ ਮੁੱਦੇ ਸੀਗੇ, ਉਹਨਾਂ ਦਾ ਕੋਈ ਬਹੁਤ ਵੱਡਾ ਜ਼ਿਕਰ ਇਹਨਾਂ ਦਿਨਾਂ ਵਿੱਚ ਨਹੀਂ ਹੋਇਆ। ਇਹ ਵੀ ਸੱਚ ਹੈ ਸੁਖਵਿੰਦਰ ਕਿ 3-4 ਮੰਤਰੀਆਂ ਨੂੰ ਛੱਡ ਕੇ ਕੋਈ ਬਾਕੀ ਮੰਤਰੀਆਂ ਦੀ ਕਾਰਗੁਜ਼ਾਰੀ ਪਹਿਲਾਂ ਤੋਂ ਅਲੱਗ ਨਹੀਂ ਨਜ਼ਰ ਆਉਂਦੀ ਹੈ ਜੀ। ਜਿਵੇਂ ਹੁੰਦਾ ਨਾ ਕਿ ਗੱਲਾਂ ਚੱਲ ਰਹੀਆਂ ਨੇ ਐਜ਼ ਯੂਜੂਅਲ ਹੈ ਜੀ, ਉਸ ਤਰ੍ਹਾਂ ਚੱਲ ਰਿਹਾ ਹੈ। ਪਰ ਸ਼ੋਰਲੀ ਜੇ ਅਸੀਂ ਗੱਲ ਕਰੀਏ ਈਵਨ ਮੁੱਖ ਮੰਤਰੀ ਦੀ ਸਟਾਈਲ ਦੀ ਵਰਕਿੰਗ ਦੀ, ਤੇ ਗੱਲ ਕਰੀਏ ਆਪਣੇ ਰਾਜਾ ਵੜਿੰਗ ਦੀ, ਗੱਲ ਕਰੀਏ ਅਸੀਂ ਪ੍ਰਗਟ ਸਿੰਘ ਦੀ ਹੈ ਜੀ। ਸੋ ਕੁਝ ਮੰਤਰੀ ਇਹੋ ਜਿਹੇ ਜ਼ਰੂਰ ਨੇ ਜਿਨ੍ਹਾਂ ਨੇ ਕੋਈ ਛਾਪ ਛੱਡੀ ਹੈ। ਸਮਾਂ ਤਾਂ ਉਹਨਾਂ ਲਈ ਵੀ ਘੱਟ ਹੈ, ਜੇ ਬਾਕੀਆਂ ਲਈ ਸਮਾਂ ਘੱਟ ਹੈ, ਇਹਨਾਂ ਲਈ ਵੀ ਘੱਟ ਹੈ। ਜੇ ਸਮਾਂ ਤਾਂ ਉਹਨਾਂ ਦੀ ਘੱਟ ਹੁੰਦਾ ਨਾ, ਜਾਂ ਕੋਈ ਨਵਾਂ ਸਰਕਾਰ ਦੇ ਵਿੱਚ ਐਂਟਰੀ ਕੀਤੀ ਹੋਵੇ ਜਾਂ ਨਵੀਂ ਸਰਕਾਰ ਬਣ ਗਈ ਹੋਵੇ, ਇਹ ਗੱਲ ਵੱਖਰੀ ਹੁੰਦੀ ਹੈ। ਪਰ ਲਗਾਤਾਰ ਇਹੀ ਲੋਕ ਇਹੀ ਮੁੱਦੇ ਚੱਕਦੇ ਆ ਰਹੇ ਸੀ। ਇਹੀ ਲੋਕ ਕਹਿੰਦੇ ਹੁੰਦੇ ਸੀ ਕਿ ਸਾਰਾ ਕੁਝ ਤਾਂ ਸਾਹਮਣੇ ਹੀ ਪਿਆ, ਸਾਰਾ ਕੁਝ ਬਸ ਸਿਰਫ ਆਰਡਰ ਹੀ ਕਰਨੇ ਆ, ਕਰਦੇ ਕਿਉਂ ਨਹੀਂ, ਕਾਰਵਾਈ ਕਰਦੇ ਕਿਉਂ ਨਹੀਂ। ਨਵਾਂ ਤਾਂ ਇਹਨਾਂ ਲਈ ਕੁਝ ਨਹੀਂ। ਪਿਛਲੇ 4.5 ਸਾਲ ਇਹਨਾਂ ਲੋਕਾਂ ਨੇ ਪਾਵਰਾਂ ਭੁਗਤੀਆਂ, ਇਹਨਾਂ ਲੋਕਾਂ ਦੇ ਹੀ ਸਾਹਮਣੇ ਸਭ ਕੁਝ ਚੱਲਿਆ, ਤਾਂ ਫਿਰ ਨਵਾਂ ਤਾਂ ਕੁਝ ਨਹੀਂ ਗਾ ਇਹਨਾਂ ਲਈ ਵੀ ਔਖਾ ਹੋਵੇ। ਦੇਖੋ, ਜਦੋਂ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣ ਦੀ ਗੱਲ ਸੀ ਨਾ, ਉਹ ਤਾਂ ਇਹ ਸੀ ਵੀ ਤੁਹਾਡੀ ਕਰਨ ਦੀ ਨੀਅਤ ਕੋਈ ਨਹੀਂ ਹੈਗੀ। ਤੁਸੀਂ ਬੀਜੇਪੀ ਨਾਲ ਮਿਲੇ ਹੋਏ ਹੋ, ਤੁਸੀਂ ਅਕਾਲੀਆਂ ਨਾਲ ਮਿਲੇ ਹੋ, ਤੁਹਾਡੀ ਕੁਝ ਕਰਨ ਦੀ ਨੀਅਤ ਨਹੀਂ ਹੈਗੀ। ਉਹ ਗੱਲਾਂ ਹੁਣ ਬਾਅਦ ਵਿੱਚ ਸੱਚ ਵੀ ਸਾਬਤ ਹੋਈਆਂ। ਸੋ ਅੱਛਾ, ਦੂਜੀ ਚੀਜ਼, ਜਦੋਂ ਤੁਸੀਂ ਕਿਸੇ ਵਿਅਕਤੀ ਨੂੰ ਲੈਣਾ ਹੋਵੇ ਨਾ, ਉਦੋਂ ਤੁਸੀਂ ਬਹੁਤ ਸਾਰੇ ਮਸਲੇ ਇਕੱਠੇ ਕਰ ਲੈਂਦੇ ਹੋ। ਜਿਹੜੇ ਮਸਲੇ ਤੁਹਾਨੂੰ ਚਾਹੇ ਲੱਗਦਾ ਵੀ ਹੋਵੇ ਕਿ ਅਸੀਂ ਇਹਨਾਂ ਤੇ ਕੁਝ ਪਹਿਰਾ ਨਹੀਂ ਦੇ ਸਕਦੇ, ਇਹਨਾਂ ਨੂੰ ਪੂਰੇ ਨਹੀਂ ਕਰ ਸਕਦੇ, ਪਰ ਉਹਦੇ ਲਾਉਣ ਤੋਂ ਬਾਅਦ ਇਹ ਗੱਲ ਆਪਾਂ ਪਹਿਲਾਂ ਵੀ ਕਈ ਵਾਰ ਕੀਤੀ ਹੈ, ਉਹਨਾਂ ਡਾਇਰੈਕਸ਼ਨ ਵਿੱਚ, ਉਸ ਦਿਸ਼ਾ ਵਿੱਚ ਤੁਰਨਾ ਬਣਦਾ ਸੀ ਜਿਸ ਕਿਸਮ ਦੇ ਵਾਅਦੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣ ਵੇਲੇ ਕਾਂਗਰਸ ਨੇ ਕੀਤੇ। ਇਹ ਦੋ ਮੁੱਦੇ ਉਹਨਾਂ ਵਿੱਚ ਅਹਿਮ ਸੀਗੇ, ਬੇਅਦਬੀ ਵਾਲਾ ਮੁੱਦਾ ਤੇ ਆਪਣਾ ਡਰੱਗਸ ਵਾਲਾ ਮੁੱਦਾ। ਸੋ ਇਸ ਕਰਕੇ ਲੱਗਣਾ ਇਹ ਚਾਹੀਦਾ ਸੀ ਕਿ ਜਿਵੇਂ ਬਾਕੀ ਮੁੱਦਿਆਂ ਤੇ ਸਰਕਾਰ ਨੇ ਕੁਝ ਚੰਗੀ ਕਾਰਗੁਜ਼ਾਰੀ ਦਿਖਾਈ ਹੈ, ਇਹਨਾਂ ਦੋ ਮੁੱਦਿਆਂ ਤੇ ਸਰਕਾਰ ਦੀ ਕਾਰਗੁਜ਼ਾਰੀ ਨਜ਼ਰ ਆਉਣੀ ਚਾਹੀਦੀ ਸੀਗੀ। ਉਹ ਕੀ ਹੋਇਆ ਕਿ ਜਦੋਂ ਤੁਸੀਂ ਏਜੀ ਲਾਤਾ, ਡੀਜੀਪੀ ਲਾਤਾ, ਉਹਦੇ ਨਾਲ ਕੰਟਰੋਵਰਸੀ ਪੈਦਾ ਹੋ ਗਈ। ਜਿਹੜੀ ਥੋੜੀ ਬਹੁਤੀ ਪ੍ਰੋਗਰੈਸ ਇਹਨਾਂ ਦੋ ਮੁੱਦਿਆਂ ਤੇ ਹੋਣੀ ਸੀ ਨਾ, ਉਹਦੇ ਚਾਂਸਸ ਵੀ ਖਤਮ ਹੋ ਗਏ। ਤੁਸੀਂ ਹੁਣ ਦੇਖੋ ਵੀ ਪਹਿਲਾਂ ਏਜੀ ਲਾਤਾ, ਉਹਦੇ ਤੇ ਕੰਟਰੋਵਰਸੀ ਪੈਦਾ ਹੋ ਗਈ। ਫਿਰ ਲੱਗਦਾ ਇਹ ਹੈ ਕਿ ਜਿਹੜੀ ਇਹ ਕੇਦਾਰਨਾਥ ਵਾਲੀ ਯਾਤਰਾ ਸੀਗੀ, ਉਹਦੇ 'ਚ ਕੋਈ ਪੈਚ ਅਪ ਹੋਇਆ ਹੋਵੇ, ਕੋਈ ਇੰਸ਼ੋਰੈਂਸ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਹੋਵੇ ਕਿ ਅਸੀਂ ਏਜ ਨੂੰ ਬਦਲਾਂਗੇ। ਫਿਰ ਏਜੀ ਨੇ ਸ਼ਾਇਦ ਅਸਤੀਫਾ ਦੇ ਦਿੱਤਾ, ਉਹ ਐਕਸੈਪਟ ਕੀਤਾ ਨਹੀਂ ਕੀਤਾ, ਉਹਨੂੰ ਜਾਰੀ ਰਹਿਣ ਲਈ ਕਹਿ ਦਿੱਤਾ ਗਿਆ। ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਥੋੜਾ ਜਿਹਾ ਸਮਾਂ ਤੁਹਾਡੇ ਕੋਲ ਹੈਗਾ, ਉਹਦੇ ਚੋਂ ਬਹੁਤਾ ਸਮਾਂ ਤੁਸੀਂ ਇਦਾਂ ਹੀ ਕਿਲ ਕਰਤਾ। ਡਾਕਟਰ ਡੀਜੀਪੀ ਦੇ ਮਾਮਲੇ ਦੇ ਵੀ ਇਦਾਂ ਹੀ ਹੋਇਆ ਨਾ। ਆਪਾਂ ਤੁਹਾਨੂੰ ਚੇਤਾ ਹੋਊਗਾ, ਆਪਾਂ ਇੱਕ ਦਿਨ ਪ੍ਰੋਗਰਾਮ ਦੇ ਵਿੱਚ ਇਹ ਗੱਲਾਂ ਬਾਤਾਂ ਕਰ ਰਹੇ ਸੀਗੇ। ਡੀਜੀਪੀ ਦੇ ਮਾਮਲੇ ਦੇ ਵਿੱਚ ਵੀ ਇਦਾਂ ਹੀ ਹੋਇਆ, ਕਿਉਂਕਿ ਇੱਕ ਪੈਨਲ ਭੇਜਿਆ ਗਿਆ। ਪੈਨਲ ਦੇ ਵਿੱਚ ਅਫਸਰਾਂ ਨੂੰ ਪਤਾ ਹੁੰਦਾ ਕਿ ਅਫਸਰ ਵੀ ਪੈਨਲ ਜਾਣਾ ਕਿਵੇਂ ਆ। ਉਹਨਾਂ ਪੈਨਲਾਂ ਦੇ ਵਿੱਚ ਕਾਫੀ ਸਾਰੀਆਂ ਖਾਮੀਆਂ ਭੇਜਤੀਆਂ। ਕਿਸੇ ਦੀ ਤਾਇਨਾਤੀ ਦਾ ਸਹੀ ਨਹੀਂ ਲਿਖ ਕੇ ਦਿੱਤਾ, ਕਿਸੇ ਦਾ
एक जगह ते नाम किवें लिखता, दूजी जगह ते नाम किवें लिखता। यानी कि फिर एक तरीके नाल खदशे तो यही है कि जानबुझ के हो सकता कि भेजा गया होवे कि DGP भी ना बदलना पवे, क्योंकि AG दा इस्तीफा दिता तो वह ना मंजूर होने बारे जां मंजूर होने बारे कोई खबर नहीं। तो पैनल भेजा गया, पैनल दे विच खामियां भेज दित्तियां गईयां। 50 दिन 40-50 दिन तो जिहड़े इदां ही निकल जाने ने। तो फिर 90 दिनां दी टोटल सरकार है। नवजोत सिंह सिद्धू ही कह रहे हैं कि जे तुसीं अफसर ही सही तरीके नाल नहीं ला सके तो फिर काम कित्थों होणगे। 45-50 दिन तुसीं इदां ही कढते, 90 दिनां दी टोटल सरकार सी। सुविंदर बिल्कुल सही है कि कांग्रेस जिस कॉन्टैक्स विच चीफ मिनिस्टर नूं बदलिया गया, जिस तरीके नाल बेअदबी दा मुद्दा सेंटर सी ते आया, उहदे हुंदियां होइयां कांग्रेस दे अंदर AG दी अपॉइंटमेंट नूं लैके ते DGP दी अपॉइंटमेंट नूं लैके कोई मतभेद नहीं सी होने चाहिए। सोच समझ के वो व्यक्ति लाउंदे जिन्हां व्यक्तियां दी साफ सुथरी छवि हुंदी, जिन्हां नूं बदलण दी लोड़ ना पैंदी। सो इस करके ये गल बड़ी बड़ी अजीब हैगी है कि जदों तुहाडे कोल 3 महीने का समय है, तुसीं इस किस्म के व्यक्तियों नूं एडी वड्डी जिम्मेवारी दिंदे हो, जिहड़ी जिम्मेवारी दा सीधे ते सीधा संबंध बेअदबी दीआं घटनावां नाल ते ड्रग दी इन्वेस्टिगेशन नाल। ये दोनों ऑफिस AG दा दफ्तर ते DGP दा दफ्तर सीधे तौर ते डॉक्टर समझ लगी जदों तां ये सत्ता दे विच है नहीं सी, जदों कैप्टन अमरिंदर कोले सत्ता सीगी तां उदों इन्हां सारिਆਂ ਨੂੰ नवजोत सिंह सिद्धू ਦੀਆਂ ਗੱਲਾਂ ਬੜੀਆਂ ਚੰਗੀਆਂ ਲੱਗ ਰਹੀਆਂ ਸੀ। नवजोत सिंह सिद्धू ਦੇ ਨਾਲ ਚੱਲ ਰਹੇ ਸੀ ਇਹ ਸਾਰੇ ਜਣੇ। ਜਦੋਂ ਇਹਨਾਂ ਕੋਲੇ ਪਾਵਰ ਆ ਗਈ, ਅਚਾਨਕ नवजोत सिंह सिद्धू ਤੋਂ ਪਾਸਾ ਵੱਟ ਲਿਆ। ਅਚਾਨਕ नवजोत सिंह सिद्धू ਦੀਆਂ ਗੱਲਾਂ ਵੀ ਇਹਨਾਂ ਨੂੰ ਚੰਗੀਆਂ ਲੱਗਣੋਂ ਹਟ ਗਈਆਂ। ਜਿਹੜੇ ਉਹ ਮੁੱਦੇ ਰੇਜ਼ ਕਰ ਰਿਹਾ ਉਹ ਵੀ ਇਹਨਾਂ ਨੂੰ ਚੰਗੇ ਲੱਗਣੋਂ ਹਟ ਗਏ। ਜਿਹੜੇ ਅਫਸਰਾਂ ਦੀ ਉਹ ਗੱਲ ਕਰ ਰਿਹਾ ਤਾਂ ਉਹ ਵੀ ਇਹਨਾਂ ਨੂੰ ਗੱਲਾਂ ਚੰਗੀਆਂ ਲੱਗਣੋਂ ਹਟ ਗਈਆਂ। ਤੇ ਜੇ ਫਿਰ ਉਦੋਂ ਸਾਰੇ ਜਣੇ ਮੁੱਦੇ ਇਕੱਠੇ ਲੈ ਕੇ ਚੱਲੇ ਸੀ ਤਾਂ ਫਿਰ ਕਿਉਂ ਨਹੀਂ ਸੱਤਾ ਪਾਵਰ ਮਿਲਣ ਤੋਂ ਬਾਅਦ, ਸੱਤਾ ਮਿਲਣ ਤੋਂ ਬਾਅਦ ਜਾਂ ਪਾਵਰ ਮਿਲਣ ਤੋਂ ਬਾਅਦ ਵੀ नवजोत सिंह सिद्धू ਜਾਂ ਆਪਸ ਦੇ ਵਿੱਚ ਸਾਰਿਆਂ ਨੇ ਮਿਲ ਬੈਠ ਕੇ ਇਹ ਅਫਸਰਾਂ ਦੀ ਤੈਨਾਤੀ ਬਾਰੇ ਫੈਸਲਾ ਕਿਉਂ ਨਹੀਂ ਲਿਆ ਤਾਂ ਜੋ ਕੱਲ ਨੂੰ ਇਹ ਮੁੱਦਾ ਨਾ ਉੱਠਦਾ। ਤਾਂ ਫਿਰ ਕਿਉਂ ਜਿਹੜਾ ਹੈਗਾ नवजोत सिंह सिद्धू ਨੂੰ ਅਲੱਗ ਥਲੱਗ ਸੁੱਟ ਦਿੱਤਾ ਗਿਆ, ਪਾਸੇ ਕਰ ਦਿੱਤਾ ਗਿਆ ਤੇ ਪਾਵਰ ਆਉਂਦਿਆਂ ਹੀ ਆਪਣੇ ਹੱਥਾਂ ਦੇ ਵਿੱਚ ਜਦੋਂ ਪਾਵਰ ਆਈ ਤਾਂ ਫਿਰ ਖੁਦ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ। ये भी गल आपां किसी प्रोग्राम च कीती सीगी कि जिहड़ियां वड्डियां गल्लां नवजोत सिंह सिद्धू रेज करते रहे ने, वो गल्लां कांग्रेस दे अंदर हर व्यक्ति नूं मतलब फिट वहिंदियां ने। जिवें उदाहरण दे तौर ते तुसीं गल करदे हो भी रेते च अपना गड़बड़ होई, तुसीं गल करदे हो अक्साई दे महकमे विच गड़बड़ होई, जिहड़ी सरकार दी प्रोजैक्टेड इनकम सीगी उहदे तो घट सरकार दी इनकम होई ते फिर सरकार ते उंगली उठाई गई। जदों सरकार ते उंगली उठाई गई तो मुख मंत्री ते उंगली उठाई गई, मंत्रियों ते उंगली उठाई गई जां ब्यूरोक्रेसी ते उंगली उठाई गई। जिहड़ी वो जमात है ਉਹਦੇ ਚੋਂ बहुत व्यक्ति अजे सरकार विच बैठे ने। सो कौन ने सानू नहीं पता, पर सानू ये पता है कि जिहड़ी राजनीतिक जमात है कांग्रेस दी ਉਹਦੇ 'ਚ कोई बहुत वड्डी तब्दीली ते आई नहीं। हुण वो व्यक्ति जिहड़ी नवजोत सिंह सिद्धू दी इस किस्म दी सुधारां वाली राजनीति है, जिथे वो रोड मैप की गल करते हैं, जिथे करप्शन नूं खत्म करने की गल करते हैं, जिथे वो सरकार की इनकम वधाउण की गल करते हैं, जिहड़ा सरकार दा बनदा पैसा लोकां दीयां जेबां विच जांदा है वो सरकार दी जेब विच आवे, ये भी गल करते हैं। इहदा मतलब ये होया जिहड़ी जेब चों वो पैसा निकलूगा ਉਹਦੇ 'ਚ ਰਾਜਨੀਤਿਕ ਬੰਦੇ ਵੀ ਨੇ, ਉਹਦੇ 'ਚ ਬਿਊਰੋਕ੍ਰੇਸੀ ਦੇ ਵੀ ਬੰਦੇ ਨੇ। ਉਹ ਰਾਜਨੀਤਿਕ ਬੰਦੇ, ਉਹ ਬਿਊਰੋਕਰੇਟਸ ਨਵਜੋਤ ਸਿੰਘ ਸਿੱਧੂ ਦਾ ਸਾਥ ਦੇਣਗੇ? ਇਸ ਗੱਲ ਦਾ ਜਵਾਬ ਤੁਸੀਂ ਆਪ ਦੇ ਦਿਓ। कल नवजोत सिंह सिद्धू ये गल साफ तौर पर कह चुके हैं डॉक्टर साहब, कहते कि अफसरां दा की कसूर है, क्योंकि सारे विधायक सारे मंत्री यही गल्लां कहंदे सी कि अफसर नहीं सुणदे, अफसर नहीं सुणदे। कहंदे अफसर नहीं सुणदे, अफसर नहीं सुणदे, सारा कहंदे बहाना, ये झूठ है। कहंदे अफसरां नूं सरकारां ने डायरैक्शनां देणीआं हुंदियां ते जे अफसरां नूं सरकार काम नहीं करन दऊ, जिधर नूं अफसरां नूं डायरैक्शन देऊगी सरकार, अफसरां ने उस तरीके दे नाल काम करना। जरूरी नहीं अफसर अपनी मर्जी करदे होण। ये तां गल आपां नूं भी पता डॉक्टर साहब, तुसीं भी शायद सहमत होवोगे, सारे आपां सहमत हाँ, क्योंकि अफसर तो वही काम करनगे जिहड़ी गल सरकार कहूगी, चाहे वो मुख्यमंत्री जिहड़ा अपने तौर पर डायरैक्शन दे देवे, चाहे वो मुख्यमंत्री अपनी कैबिनेट दे नाल जां अपने MLA दे नाल सलाह करके डायरैक्शन दे देवे, ये गल वखरी है। पर डायरैक्शन ते ही काम अफसर करते ने। नहीं वो ठीक है, पर मेरी गल सुनो तुसीं,
ਬਿਊਰੋਕ੍ਰੇਸੀ ਜੇ ਸੂਬੇ ਦਾ ਮੁੱਖ ਮੰਤਰੀ, ਸੂਬੇ ਦੀ ਸਰਕਾਰ ਇਮਾਨਦਾਰ ਹੈ, ਫਿਰ ਬਿਊਰੋਕ੍ਰੇਸੀ ਨੂੰ ਇਮਾਨਦਾਰ ਹੋਣਾ ਪਊ। ਤੇ ਜੇ ਸੂਬੇ ਦੀ ਸਰਕਾਰ, ਸੂਬੇ ਦਾ ਮੁੱਖ ਮੰਤਰੀ ਇਮਾਨਦਾਰ ਨਹੀਂ ਹੈਗਾ, ਫਿਰ ਬਿਊਰੋਕ੍ਰੇਸੀ ਉਸ ਜਿਹੜੀ ਕਰਪਸ਼ਨ ਵਿੱਚ ਬਹੁਤ ਵੱਡਾ ਰੋਲ ਪਲੇ ਕਰਦੀ ਹੈ। ਇਹ ਸੱਚ ਹੈ ਕਿ ਬਿਊਰੋਕਰੇਟਸ ਵੀ ਕਰਪਟ ਨੇ। ਇਹ ਸੱਚ ਹੈ ਕਿ ਬਿਊਰੋਕਰੇਟਸ ਦੀ ਕਰਪਸ਼ਨ ਬਹੁਤ ਵੱਡੇ ਸਕੇਲ ਤੇ ਹੁੰਦੀ ਹੈ, ਪਰ ਇਹ ਵੀ ਸੱਚ ਹੈ ਕਿ ਜੇ ਸਰਕਾਰ ਇਮਾਨਦਾਰ ਹੋਵੇ, ਜੇ ਮੁੱਖ ਮੰਤਰੀ ਇਮਾਨਦਾਰ ਹੋਵੇ, ਫਿਰ ਬਿਊਰੋਕਰੇਟਸ ਲਈ ਇਹ ਸੰਭਵ ਨਹੀਂ ਹੈਗਾ ਕਿ ਉਹ ਕਰਪਸ਼ਨ ਕਰਨ। ਇਸ ਕਿਸਮ ਦੀ ਰਾਜਨੀਤੀ ਪੰਜਾਬ ਦੇ ਸੂਬੇ ਨੇ ਬੜੀ ਦੇਰ ਤੋਂ ਨਹੀਂ ਦੇਖੀ ਹੈ ਜੀ। ਕੋਈ ਇਸ ਕਿਸਮ ਦੀ ਪਾਰਟੀ ਪੈਦਾ ਹੋ ਜਵੇ, ਇਸ ਕਿਸਮ ਦੀ ਜਮਾਤ, ਕਿਹਨੂੰ ਨਹੀਂ ਪਤਾ ਕਿ ਪੈਸੇ ਲੈ ਕੇ ਐਸਐਸਪੀ ਲੱਗਦੇ ਨੇ, ਕਿਹਨੂੰ ਨਹੀਂ ਪਤਾ ਕਿ ਪੈਸੇ ਲੈ ਕੇ ਡੀਸੀ ਲੱਗਦੇ ਨੇ, ਕਿਹਨੂੰ ਨਹੀਂ ਪਤਾ ਕਿ ਤਹਿਸੀਲ ਦੇ ਮਹਿਕਮੇ ਚੋਂ ਪੈਸਾ ਇਕੱਠਾ ਕਰਕੇ ਕਿੱਥੇ ਕਿੱਥੇ ਜਾਂਦਾ ਹੈ ਜੀ। ਸੋ ਅਸੀਂ ਸਾਰੇ ਲੋਕਾਂ ਨੇ ਇਹਨਾਂ ਗੱਲਾਂ 'ਚ ਅਸੀਂ ਵਿਚਰੇ ਹਾਂ, ਅਸੀਂ ਆਪ ਇਹ ਚੀਜ਼ਾਂ ਫੇਸ ਕੀਤੀਆਂ ਨੇ, ਸੋ ਸਭ ਨੂੰ ਪਤਾ ਹੈਗਾ। ਸੋ ਸਾਫ਼ ਸੁਥਰੀ ਰਾਜਨੀਤੀ ਕਰਨ ਲਈ ਜਿਹੜੀ ਪੋਲੀਟੀਕਲ ਜਮਾਤ ਦੀ ਨੀਅਤ, ਉਹਨਾਂ ਦੀ ਕਮਿਟਮੈਂਟ ਬਹੁਤ ਜ਼ਰੂਰੀ ਹੈ। ਉਸ ਕਿਸਮ ਦੀ ਜਮਾਤ ਪੈਦਾ ਨਹੀਂ ਹੋਈ। ਇਹ ਠੀਕ ਹੈ ਕਿ ਬਿਊਰੋਕ੍ਰੇਸੀ ਕਰਪਟ ਨਹੀਂ ਹੋਏਗੀ ਜੇ ਸੂਬੇ ਦੀ ਸਰਕਾਰ ਇਮਾਨਦਾਰ ਹੋਵੇ, ਪਰ ਇਹ ਵੀ ਤਾਂ ਸੱਚ ਆ ਨਾ ਕਿ ਇੱਕ ਕਿਸਮ ਦੀ ਸਰਕਾਰ ਅਸੀਂ ਸਾਲਾਂ ਬੱਧੀ ਕਦੇ ਦੇਖੀ ਨਹੀਂ। ਸੋ ਜੇ ਇਸ ਕਿਸਮ ਦੀ ਤਬਦੀਲੀ ਤੁਸੀਂ ਲੈ ਕੇ ਆਉਣੀ ਹੈ, ਇਹ ਲੜਾਈ ਬਹੁਤ ਵੱਡੀ ਹੈ। ਮੈਂ ਤੁਹਾਡੇ ਇਸ ਗੱਲ ਦਾ ਜਵਾਬ ਦੇ ਰਿਹਾ, ਜਿਹੜੇ ਮੰਤਰੀ, ਜਿਹੜੇ ਐਮਐਲਏ ਨਵਜੋਤ ਸਿੰਘ ਸਿੱਧੂ ਦੇ ਨਾਲ ਖੜੇ ਸੀ, ਹੁਣ ਕਿਉਂ ਨਹੀਂ ਖੜੇ? ਉਹਦਾ ਜਵਾਬ ਮੇਰਾ ਇਹ ਹੈ ਕਿ ਮੈਂ ਤੁਹਾਨੂੰ ਇਹ ਯਾਦ ਕਰਾਉਣਾ ਚਾਹੁੰਦਾ ਕਿ ਬਹੁਤ ਵੱਡੀ ਗਿਣਤੀ ਉਹਨਾਂ ਲੀਡਰ ਦੀ ਹੈ ਹਰ ਪੋਲੀਟੀਕਲ ਪਾਰਟੀ 'ਚ, ਇਹ ਨਹੀਂ ਇਕੱਲੇ ਕਾਂਗਰਸ ਵਿੱਚ, ਜਿਨ੍ਹਾਂ ਦਾ ਮਕਸਦ ਪੋਲਿਟਿਕਸ ਵਿੱਚ ਆਉਣਾ ਲੋਕਾਂ ਦੀ ਸੇਵਾ ਨਹੀਂ ਹੈਗਾ, ਜਿਨ੍ਹਾਂ ਦਾ ਮਕਸਦ ਪੋਲਿਟਿਕਸ ਵਿੱਚ ਆਉਣਾ ਆਪਣਾ ਪੈਸਾ ਬਣਾਉਣਾ ਹੈ ਜੀ। ਕਰਪਸ਼ਨ ਬਿਸਲੀ ਕਰਨਗੇ ਬਿਲਕੁਲ। ਸੋ ਇਸ ਕਰਕੇ ਮੈਨੂੰ ਤੇ ਕਦੇ ਕੋਈ ਬਹੁਤ ਵੱਡੀ ਤੁਹਾਨੂੰ ਜੀ ਮੈਨੂੰ ਤੇ ਕਦੇ ਵੀ ਇਹ ਆਸ ਨਹੀਂ ਸੀਗੀ ਕਿ ਜਿਹੜੇ ਲੋਕ ਹੁਣ ਨਵਜੋਤ ਸਿੰਘ ਸਿੱਧੂ ਨਾਲ, ਤੁਸੀਂ ਕਿਸੇ ਸਵਾਰਥ ਕਰਕੇ ਨਵਜੋਤ ਸਿੰਘ ਸਿੱਧੂ ਨਾਲ ਜੁੜ ਗਏ, ਤੁਸੀਂ ਇਸ ਕਰਕੇ ਤਾਂ ਨਹੀਂ ਜੁੜੇ ਕਿ ਨਵਜੋਤ ਸਿੰਘ ਸਿੱਧੂ ਰੋਡ ਮੈਪ ਦੀ ਗੱਲ ਕਰਦਾ, ਨਵਜੋਤ ਸਿੰਘ ਸਿੱਧੂ ਸਿਧਾਂਤਾਂ ਦੀ ਗੱਲ ਕਰਦਾ, ਨੈਤਿਕਤਾ ਦੀ ਗੱਲ ਕਰਦਾ, ਨਵਜੋਤ ਸਿੰਘ ਸਿੱਧੂ ਵੱਡੇ ਸਵਾਲ ਰੇਜ਼ ਕਰਦਾ ਹੈ ਜੀ। ਤੇ ਜੇ ਇਹੀ ਗੱਲ ਹੈ, ਇਸ ਕਿਸਮ ਦੇ ਸਵਾਲ ਰੇਜ਼ ਕਰਨ ਵਾਲੇ ਤਾਂ ਬਹੁਤ ਵਿਦਵਾਨ ਬੈਠੇ ਨੇ, ਫਿਲਾਸਫਰ ਬੈਠੇ ਨੇ, ਉਹਨਾਂ ਦੀ ਗੱਲ ਤੇ ਕੋਈ ਸੁਣਦਾ ਨਹੀਂ। ਸੋ ਪੋਲਿਟਿਕਸ ਹੈ ਇੱਕ ਪ੍ਰੋਫੈਸ਼ਨ। ਆਖਰੀ ਸਵਾਲ ਹੈ ਡਾਕਟਰ ਸਾਹਿਬ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹ ਕਾਂਗਰਸ ਨੂੰ ਕਿੱਧਰਲੇ ਪਾਸੇ ਨੂੰ ਲੈ ਕੇ ਜਾਣਗੀਆਂ? ਇਹਨਾਂ ਸਾਰਿਆਂ ਦੀ ਸਿਆਸਤ ਦੇ ਸਮੀਕਰਨ ਕਿਸ ਤਰੀਕੇ ਦੇ ਨਾਲ ਚੇਂਜ ਹੋ ਰਹੇ ਆ? ਦੇਖੋ, ਜਿਹੜੀ ਗੱਲ ਇਹਨਾਂ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਰੇਜ਼ ਕੀਤੀ, ਮੇਰੇ ਮੁਤਾਬਕ ਉਹ ਵੀ ਕਾਫੀ ਵੱਡਾ ਸਿਆਸੀ ਕਦਮ ਸੀਗਾ। ਕਾਂਗਰਸ ਵਿੱਚ ਰਹਿੰਦਿਆਂ ਹੋਇਆਂ ਕਾਂਗਰਸ ਦੇ ਮੁੱਖ ਮੰਤਰੀ ਨੂੰ ਐਕਸਪੋਜ਼ ਕਰਕੇ ਲਾਉਣਾ, ਚਾਹੇ ਕਿਸੇ ਮਕਸਦ ਲਈ ਸੱਚ ਬੋਲਿਆ, ਪਰ ਸੱਚ ਬੋਲਣਾ ਬੜਾ ਔਖਾ ਕੰਮ ਹੁੰਦਾ। ਇਹ ਗੱਲ ਸਾਨੂੰ ਕਹਿਣੀ ਚਾਹੀਦੀ ਹੈ ਕਿ ਕਾਂਗਰਸ ਦੇ ਅੰਦਰ ਮੰਤਰੀਆਂ ਨੇ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਐਕਸਪੋਜ਼ ਕੀਤਾ, ਉਹਦੇ ਖਿਲਾਫ ਤੁਰੇ ਲਾਇਆ, ਇਹ ਆਪਣੇ ਵਿੱਚ ਬਹੁਤ ਵੱਡਾ ਕੰਮ ਸੀ। ਦੂਜੀ ਚੀਜ਼ ਇਹ ਵੀ ਸੱਚ ਹੈ ਕਿ ਲਾਹੁਣ ਤੋਂ ਬਾਅਦ ਕੁਝ ਹੱਦ ਤੱਕ ਸਰਕਾਰ ਦੀ ਕਾਰਗੁਜ਼ਾਰੀ ਸੁਧਰੀ ਹੈ। ਕੁਝ ਮੰਤਰੀਆਂ ਨੇ ਇਹੋ ਜਿਹੇ ਕੰਮ ਕੀਤੇ ਨੇ ਜਿਨ੍ਹਾਂ ਦੀ ਲੋਕਾਂ ਵਿੱਚ ਸ਼ਲਾਘਾ ਹੋ ਰਹੀ ਹੈ। ਰਾਜਾ ਵੜਿੰਗ ਉਹਦੇ ਵਿੱਚ ਪਹਿਲਾ ਨਾਮ, ਜੇ ਆਪਾਂ ਦੇਖੀਏ ਸਭ ਤੋਂ ਜ਼ਿਆਦਾ ਜਿਹੜੀ ਉਹੀ ਹੈ ਜੀ, ਬਿਲਕੁਲ। ਤੇ ਪ੍ਰਗਟ ਸਿੰਘ ਉਹਦੇ ਚੋਂ ਨਾਂ ਹੈ। ਈਵਨ ਮੁੱਖ ਮੰਤਰੀ ਦੀਆਂ ਸਾਰੀਆਂ ਕੰਸਟੇਂਟਸ ਹੋਣ ਦੇ ਬਾਵਜੂਦ ਮੁੱਖ ਮੰਤਰੀ ਨੇ ਆਪਣਾ ਵਿਅਕਤੀਗਤ ਪ੍ਰਭਾਵ ਛੱਡਿਆ। ਪਰ ਇਹ ਵੀ ਸੱਚ ਹੈ ਕਿ ਬਹੁਤ ਵੱਡੀ ਗਿਣਤੀ ਵਿੱਚ ਮੰਤਰੀ ਉਹ ਨੇ ਜਿਹੜੇ ਜਿਵੇਂ ਪਹਿਲੇ ਤਰੀਕੇ ਨਾਲ ਕੰਮ ਕਰਦੇ ਸੀ ਉਦਾਂ ਹੀ ਹੁਣ ਕੰਮ ਕਰਦੇ ਨੇ, ਕੋਈ ਨਵੇਂ ਕਿਸਮ ਦਾ ਕੰਮ ਕਰਕੇ ਨਵੀਂ ਛਾਪ ਨਹੀਂ ਛੱਡੀ। ਹਾਂ, ਸੋ ਇਸ ਕਰਕੇ ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਨੇ ਕੀਤੀ ਹੈ ਉਹ ਇਹ ਹੈ ਕਿ ਜਿਹੜੇ ਵੱਡੇ ਮਸਲੇ ਸੀ, ਜਿਹੜੇ ਮਸਲੇ ਲੋਕਾਂ ਦੀ ਪਹਿਚਾਣ ਨਾਲ, ਲੋਕਾਂ ਦੀ ਆਸਥਾ ਨਾਲ, ਲੋਕਾਂ ਦੇ ਕਲਚਰ ਨਾਲ ਜੁੜੇ ਨੇ, ਉਹਨੂੰ ਛੱਡ ਕੇ ਅਸੀਂ ਕਿਉਂ ਬਹਿ ਗਏ? ਕੀ ਸਾਡੀਆਂ ਮਜਬੂਰੀਆਂ ਨੇ?
जी। सो इस करके जो तुसीं कहते हो कि कांग्रेस का की फ्यूचर है, मैं कहना चाहना कि कुछ अलग किस्म की वर्किंग सानू देखने विच नज़र आई है, पर यह भी सच है कि आ दो मुद्दे जिहड़े नवजोत सिंह सिद्धू ने रेज कीते ने, इन्हां ते जिस किस्म की कारगुजारी होण दी आस इन्हां लोकां ने आप पैदा कर दित्ती सी, उस आस मुताबिक सरकार ने काम नहीं कीता कि इस किस्म के व्यक्ति AG ते DGP लगने चाहिए सी, जिन्हां नूं पहले दिन तो ही इस पासे लग जाते, 90 दिनों में कोई ना कोई इस किस्म की बिगनिंग कर देंगे, जिस बिगनिंग के होंदियां होया लोगों का विश्वास पैदा हो जाता। वो नहीं हो सकिया, क्यों? AG की अपॉइंटमेंट से सवाल खड़े हो गए, DGP की अपॉइंटमेंट से सवाल खड़े हो गए, इस करके जिहड़ी थोड़ी बहुती इन्वेस्टिगेशन करके चलान कोर्ट में भेजण की संभावना पैदा हो सकती सी, वो 50 दिन तक डिले हो गई। पता नहीं कदों नवा AG लगना है, कदों नवा DGP लगना। सो श्योरली ये कांग्रेस की अपनी राजनीति लिए एक सैटबैक है। चाहे हाँ, जदों नवजोत सिंह सिद्धू ने बीइंग कांग्रेस प्रधान ये मुद्दे रेज करते ना, फिर ये सैटबैक होर वड्डा बढ़ जाएगा। बाकी पार्टियां तो बहाना मिल गया कि देखो जी तुसीं गल्लां करदे जी, तुसीं कीता कुछ नहीं है जी। ये असीं तुहाडे ते इल्जाम नहीं ला रहे, तुहाडा प्रधान तुहाडे ते इल्जाम ला रहे। मैं तो बाकी पार्टियां ते भी डॉक्टर साहब हैरान हाँ, बाकी पार्टियां दे वल्लों ये गल तां कहनी बनदी है जिहड़ी तुसीं कह रहे हो कि भाई ठीक है नवजोत सिंह सिद्धू जिहड़ियां गल्लां कह रहे असीं तां कह ही नहीं रहे, तुहाडे ते इल्जाम ला रही ने, तुहाडा प्रधान ही ला रहा। पर वो लोग ये गल्लां कह रहे आ कि नवजोत सिंह सिद्धू कुर्सी लैण दा मारा ये गल कर रहा। वो ये नहीं कह रहे कि ठीक है सरकार के खिलाफ जे उहदा प्रधान आवाज़ चुक रहा तो असीं भी घेरीए कि भाई असीं नहीं कह रहे तुहाडा प्रधान, हुण तां तुहानूं तुहाडा प्रधान भी घेरना शुरू कर दिता गया। पर वो ये गल कह रहे हैं कि नवजोत सिंह सिद्धू दी कुर्सी मारा सवाल चुक रहा। देखो कुर्सी तो हर राजनीति जिहड़ा व्यक्ति आउंदा वो कुर्सी करके आउंदा है। ये अच्छा, तो जदों किसी व्यक्ति ने कोई अलग गल करनी है तो उहनूं काउंटर इस तरीके नाल कीता जाए, ये कोई मुद्दा ही नहीं हैगा। मुद्दा असल विच ये है कि किवें नवजोत सिंह सिद्धू इन्हां दो मुद्दिआं नूं रेज करके अज जिहड़ा बुरज जवाहर सिंह जाना है वो भी इसे गल नूं इंडीकेट करदा है कि जिथों बेअदबी हुई, जिथों ये मसला सारे पंजाब विच गूंजिया, उत्थे जाके इस मसले नूं दुबारा रेज करके सेंटर स्टेज ते लिया के जी 2022 दी इलैक्शन विच गुंजाउण दा उपराला है जी। सो इस करके जिहड़ी चीज सारियां पार्टियां नूं बैरस करेगी, अकाली दल नूं भी करेगी कि 2015 च बेअदबी हुई ते बेअदबी होई। अच्छा, अपना जिहड़ा डेरा चीफ नूं माफी दित्ती गई, ਉਹਦੇ ਖਿਲਾਫ ਜਿਹੜਾ ਹੁਕਮਨਾਮਾ ਸੀ ਉਹ ਵਾਪਸ ਲਿਆ ਗਿਆ। ਉਸ ਹੁਕਮਨਾਮੇ ਨੂੰ ਵਾਪਸ ਲੈਣ ਤੋਂ ਬਾਅਦ ਪਬਲਿਸਿਟੀ ਕੀਤੀ ਗਈ, ਇਹ ਕਿਹਾ ਗਿਆ ਕਿ ਪੰਜਾਬ ਵਿੱਚ ਅਸੀਂ ਹਿੰਦੂ ਸਿੱਖ ਭਾਈਚਾਰੇ ਦੀ ਸਾਂਝ ਨੂੰ ਸਟਰੈਂਥਨ ਕਰਨਾ ਚਾਹੁੰਦੇ ਆ। ਉਹ ਸਾਰੀਆਂ ਜਦੋਂ ਨਵਜੋਤ ਸਿੰਘ ਸਿੱਧੂ ਬੇਅਦਬੀ ਦੇ ਮੁੱਦੇ ਦੀ ਗੱਲ ਕਰਦਾ ਹੈ, ਉਹ ਸਾਰੀਆਂ ਗੱਲਾਂ ਨੂੰ ਯਾਦ ਕਰਵਾ ਕੇ ਲੋਕਾਂ ਦੇ ਰੋਸ ਨੂੰ ਉਜਾਗਰ ਕਰਨ ਦਾ ਉਪਰਾਲਾ ਹੈ। सो कांग्रेस भी इन्हां गल्लां चों गेन करती है, पर गेन करने वाली गल क्यों पिछे पै गई कि पार्टी प्रधान ते सरकार की कोऑर्डिनेशन नहीं बन सकी। जे कोऑर्डिनेशन बन जाती फिर ये मुद्दा रेज करके कांग्रेस समुचे तौर पर गेन करती जी। सो हुण ये गल्लां दो इकट्ठियां चल रही ने कि कांग्रेस के अंदर गड़बड़ हो रही है, पर जे देखा जाए कांग्रेस के प्रधान द्वारा ये मुद्दे रेज करने नाल कांग्रेस अपने विरोधियों नूं जानी कि जिन्हां इन्हां दी मेन प्रिंसीपल ओपोजिशन पार्टी हैगी अकाली दल, उहनूं तां ये मुद्दे वायरस कर देने ना है जी। क्योंकि जिहड़ी बेअदबी दी घटनावां होईयां, जो सिस्टम पैदा होया, वो तां अकाली दल BJP सरकार दा कार्यकाल सीगा है जी। सो दोनों पहलू इकट्ठे चल रहे हैं। बिल्कुल। तो डॉक्टर साहब तुसीं साडे नाल इस प्रोग्राम दे विच जुड़े, तुहाडा बहुत बहुत धन्नवाद जी। थैंक यू सुखविंदर सोना। तो ये सन डॉक्टर कुलदीप सिंह जी, जिन्हां दे वल्लों इन्हां अहम खबरां दे उपर साडे नाल गलबात कीती गई। उम्मीद करदा है कि डॉक्टर साहब दे कीमती विचार तुहानूं जरूर पसंद आए होणगे। दोबारा फिर मिलांगे इस प्रोग्राम दे विच, तद तक दिओ इजाजत। धन्नवाद।